ਮੇਰਾ ਨਾਮ ਸਵਾਤੀ ਹੈ ਅਤੇ ਮੇਰੀ ਉਮਰ 23 ਸਾਲ ਹੈ। ਮੇਰੇ ਤੋਂ ਇਹ ਸਭ ਬਰਦਾਸ਼ਤ ਨਹੀਂ ਹੁੰਦਾ। ਕਦੋਂ ਤੱਕ ਮੈਂ ਤੁਹਾਨੂੰ ਚੋਰੀ ਛਿਪੇ ਮਿਲਦੀ ਰਹਾਂਗੀ। ਮੈਂ ਇਹ ਗੱਲ ਆਪਣੇ ਸਾਹਮਣੇ ਬੈਠੇ ਇੱਕ ਵਿਅਕਤੀ ਨੂੰ ਕਹੀ ਜਿਸ ਨੂੰ ਮੈਂ ਬਹੁਤ ਪਿਆਰ ਕਰਦੀ ਸੀ। ਉਹ ਮੋਹਿਤ ਸੀ। ਉਹ ਬਹੁਤ ਖੂਬਸੂਰਤ ਸੀ ਜਿਸ ਨੂੰ ਮੈਂ ਬਹੁਤ ਪਿਆਰ ਕਰਦੀ ਸੀ। ਮੈਂ ਵੀ ਬਹੁਤ ਸੋਹਣੀ ਸੀ, ਇਸੇ ਲਈ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ। ਉਸਨੇ ਕਿਹਾ, ਮੈਂ ਤੁਹਾਨੂੰ ਕੀ ਕਹਿ ਸਕਦਾ ਹਾਂ, ਘਰ ਦੇ ਬਜ਼ੁਰਗ ਨਹੀਂ ਮੰਨ ਰਹੇ, ਨਹੀਂ ਤਾਂ ਹੁਣ ਤੱਕ ਮੈਂ ਤੁਹਾਡੇ ਨਾਲ ਵਿਆਹ ਕਰਕੇ ਤੁਹਾਨੂੰ ਆਪਣੇ ਘਰ ਲੈ ਜਾਂਦਾ। ਉਸਨੇ ਚਿੰਤਤ ਅਤੇ ਹੜਬੜਾ ਭਰੇ ਲਹਿਜੇ ਵਿੱਚ ਕਿਹਾ ਅਤੇ ਫਿਰ ਮੈਂ ਉਸ ਵੱਲ ਅਫਸੋਸ ਨਾਲ ਦੇਖਣ ਲੱਗੀ। ਉਸ ਸਮੇਂ ਅਸੀਂ ਇੱਕ ਕੈਫੇ ਵਿੱਚ ਬੈਠੇ ਚਾਹ ਪੀ ਰਹੇ ਸੀ, ਪਰ ਸਿਰ ਤੇ ਜੋ ਪਰੇਸ਼ਾਨੀ ਸੀ ਉਸ ਕਾਰਨ ਸਾਡੀ ਮੁਲਾਕਾਤ ਦੀ ਖੁਸ਼ੀ ਦੂਰ ਹੋ ਗਈ ਸੀ। ਮੈਂ ਉਸ ਨੂੰ ਕਿਹਾ ਕਿ ਤੁਸੀਂ ਇੱਕ ਵਾਰ ਗੱਲ ਕਰਕੇ ਦੇਖੋ, ਕੀ ਪਤਾ ਉਹ ਮੰਨ ਜਾਣ। ਮੈਂ ਉਸ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਕਿਹਾ ਕਿ ਮੈਂ ਆਪਣੇ ਮਾਪਿਆਂ ਨਾਲ ਗੱਲ ਕੀਤੀ ਸੀ, ਪਰ ਉਹ ਨਹੀਂ ਮੰਨੇ। ਉਹ ਕਹਿੰਦੇ ਕਿ ਕਾਸਟ ਤੋਂ ਬਾਹਰ ਵਿਆਹ ਨਹੀਂ ਕਰਨਾ ਅਤੇ ਯਕੀਨਨ ਉਦੋਂ ਤੱਕ ਨਹੀਂ ਜਦੋਂ ਤੱਕ ਮੈਨੂੰ ਚੰਗੀ ਨੌਕਰੀ ਨਹੀਂ ਮਿਲਦੀ। ਜਦੋਂ ਮੋਹਿਤ ਨੇ ਮੈਨੂੰ ਇਹ ਸਭ ਦੱਸਿਆ ਤਾਂ ਮੈਂ ਇਹ ਸੁਣ ਕੇ ਬਹੁਤ ਪਰੇਸ਼ਾਨ ਹੋ ਗਈ। ਮੋਹਿਤ ਅਤੇ ਮੈਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਇੱਕੋ ਯੂਨੀਵਰਸਿਟੀ ਦੀ ਕਲਾਸ ਵਿੱਚ ਇਕੱਠੇ ਪੜ੍ਹਦੇ ਸੀ। ਪਹਿਲਾਂ ਸਾਡੀ ਜਾਣ ਪਛਾਣ ਹੋਈ, ਫਿਰ ਸਾਡੀ ਦੋਸਤੀ ਹੋਈ ਅਤੇ ਫਿਰ ਜਲਦੀ ਹੀ ਸਾਡੀ ਦੋਸਤੀ ਪਿਆਰ ਵਿੱਚ ਬਦਲ ਗਈ। ਸਾਨੂੰ ਇਹ ਅਹਿਸਾਸ ਵੀ ਨਹੀਂ ਹੋਇਆ ਅਤੇ ਸਮੇਂ ਦੇ ਨਾਲ ਸਾਡਾ ਪਿਆਰ ਵੱਧਦਾ ਗਿਆ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵੀ ਸਾਡਾ ਇੱਕ ਦੂਜੇ ਨਾਲ ਪਿਆਰ ਨਾ ਘਟਿਆ ਅਤੇ ਨਾ ਹੀ ਖਤਮ ਹੋਇਆ। ਪਰ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵੀ ਅਸੀਂ ਇੱਕ ਦੂਜੇ ਦੇ ਸੰਪਰਕ ਵਿੱਚ ਸੀ ਅਤੇ ਹੁਣ ਵਿਆਹ ਕਰਨ ਦਾ ਫੈਸਲਾ ਕਰ ਲਿਆ ਸੀ। ਮੋਹਿਤ 24 ਸਾਲ ਦਾ ਸੀ ਅਤੇ ਮੈਂ 23 ਸਾਲ ਦੀ ਸੀ, ਪਰ ਮੇਰੇ ਅਤੇ ਮੋਹਿਤ ਦੇ ਰੁਤਬੇ ਵਿੱਚ ਬਹੁਤ ਫਰਕ ਸੀ। ਮੇਰੇ ਪਿਤਾ ਜੀ ਅਤੇ ਭਰਾਵਾਂ ਦਾ ਆਪਣਾ ਨਿੱਜੀ ਕਾਰੋਬਾਰ ਸੀ, ਜਦਕਿ ਮੋਹਿਤ ਦੇ ਪਿਤਾ ਇੱਕ ਛੋਟੀ ਜਿਹੀ ਨੌਕਰੀ ਕਰਦੇ ਸਨ। ਉਹ ਮੋਹਿਤ ਨੂੰ ਬੜੀ ਮਿਹਨਤ ਨਾਲ ਪੜ੍ਹਾ ਰਹੇ ਸੀ ਤਾਂ ਜੋ ਉਹ ਪੜ੍ਹਾਈ ਕਰਕੇ ਉਹਨਾਂ ਦਾ ਸਹਾਰਾ ਬਣੇ। ਮੋਹਿਤ ਤੋਂ ਇਲਾਵਾ ਉਸ ਦੀਆਂ 3 ਭੈਣਾਂ ਸਨ ਜੋ ਮੋਹਿਤ ਤੋਂ ਛੋਟੀਆਂ ਸਨ। ਉਦੋਂ ਮੋਹਿਤ ਹੀ ਆਪਣੇ ਮਾਪਿਆਂ ਦੀ ਇੱਕੋ ਇੱਕ ਆਸ ਸੀ, ਇਸ ਲਈ ਉਹ ਮੋਹਿਤ ਦਾ ਵਿਆਹ ਕਾਸਟ ਤੋਂ ਬਾਹਰ ਨਹੀਂ ਕਰਨਾ ਚਾਹੁੰਦੇ ਸੀ। ਜਦੋਂ ਉਹਨਾਂ ਦੇ ਬੱਚੇ ਮਾਪਿਆਂ ਨੂੰ ਉਹਨਾਂ ਦਾ ਵਿਆਹ ਕਰਵਾਉਣ ਲਈ ਕਹਿੰਦੇ ਹਨ ਤਾਂ ਮਾਤਾ ਪਿਤਾ ਨੂੰ ਅਜਿਹਾ ਕਰ ਦੇਣਾ ਚਾਹੀਦਾ ਹੈ, ਕਿਉਂਕਿ ਵਿਆਹ ਉਹਨਾਂ ਦੇ ਬੱਚਿਆਂ ਦਾ ਅਧਿਕਾਰ ਹੈ। ਜੇਕਰ ਉਹ ਸਮੇਂ ਸਿਰ ਨਾ ਮਿਲੇ ਤਾਂ ਬੱਚੇ ਬਾਗੀ ਹੋ ਜਾਂਦੇ ਹਨ। ਸਭ ਤੋਂ ਵੱਡੀ ਗਲਤੀ ਮਾਪੇ ਉਦੋਂ ਕਰਦੇ ਹਨ ਜਦੋਂ ਉਹਨਾਂ ਦਾ ਬੱਚਾ ਆਪਣੀ ਮਰਜ਼ੀ ਨਾਲ ਵਿਆਹ ਕਰਨਾ ਚਾਹੁੰਦਾ ਹੈ। ਉਹਨਾਂ ਨੂੰ ਇਸ ਗੱਲ ਤੇ ਗੁੱਸਾ ਆਉਂਦਾ ਹੈ ਕਿ ਬੱਚੇ ਆਪਣੀ ਪਸੰਦ ਦਾ ਵਿਆਹ ਕਿਉਂ ਕਰਨ। ਉਦੋਂ ਹੀ ਉਹ ਆਪਣੇ ਬੱਚਿਆਂ ਨੂੰ ਕਈ ਤਰੀਕਿਆਂ ਨਾਲ ਰੋਕਦੇ ਹਨ ਅਤੇ ਉਹਨਾਂ ਤੇ ਆਪਣੀ ਮਰਜ਼ੀ ਥੋਪਦੇ ਹਨ, ਇਹ ਜਾਣੇ ਬਿਨਾਂ ਕਿ ਉਹਨਾਂ ਦੇ ਬੱਚਿਆਂ ਦਾ ਦਿਲ ਫਿਰ ਉਹਨਾਂ ਪ੍ਰਤੀ ਖੱਟਾ ਹੋ ਜਾਂਦਾ ਹੈ। ਅਜਿਹਾ ਹਰ ਵਾਰ ਨਹੀਂ ਹੁੰਦਾ। ਮਾਪਿਆਂ ਦੇ ਆਪਣੇ ਬੱਚਿਆਂ ਲਈ ਕੁਝ ਫੈਸਲੇ ਸਹੀ ਸਾਬਤ ਹੁੰਦੇ ਹਨ, ਪਰ ਕੁਝ ਫੈਸਲੇ ਉਹ ਗਲਤ ਵੀ ਲੈ ਲੈਂਦੇ ਹਨ। ਮੋਹਿਤ ਦੇ ਮਾਤਾ ਪਿਤਾ ਨੂੰ ਵੀ ਅਜਿਹਾ ਹੀ ਲੱਗਦਾ ਸੀ। ਜੇ ਮੋਹਿਤ ਦਾ ਵਿਆਹ ਕਰ ਦਿੱਤਾ ਗਿਆ ਤਾਂ ਉਹ ਵੀ ਹੱਥੋਂ ਨਿਕਲ ਜਾਵੇਗਾ ਅਤੇ ਆਉਣ ਵਾਲੀ ਉਹਨਾਂ ਤੋਂ ਅਲੱਗ ਕਰ ਦੇਵੇਗੀ। ਕਈ ਕੁੜੀਆਂ ਅਜਿਹਾ ਕਰਦੀਆਂ ਹਨ, ਵਿਆਹ ਤੋਂ ਤੁਰੰਤ ਬਾਅਦ ਵੱਖ ਹੋ ਜਾਂਦੀਆਂ ਹਨ, ਪਰ 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਮੈਂ ਵੀ ਇਹੋ ਜਿਹੀ ਨਹੀਂ ਸੀ ਜੋ ਮੋਹਿਤ ਨੂੰ ਲੈ ਕੇ ਵੱਖ ਹੋ ਜਾਂਦੀ। ਅਸਲ ਵਿੱਚ ਮੈਂ ਮੋਹਿਤ ਦੇ ਛੋਟੇ ਜਿਹੇ ਘਰ ਵਿੱਚ ਐਡਜਸਟ ਕਰਨ ਲਈ ਤਿਆਰ ਸੀ, ਪਰ ਮੋਹਿਤ ਦੇ ਮਾਤਾ ਪਿਤਾ ਨੂੰ ਚਿੰਤਾ ਸੀ ਕਿ ਸ਼ਾਇਦ ਵਿਆਹ ਤੋਂ ਬਾਅਦ ਮੋਹਿਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਾ ਭੁੱਲ ਜਾਵੇ ਅਤੇ ਉਹ ਕੁਝ ਹੱਦ ਤੱਕ ਸਹੀ ਵੀ ਸਨ। ਮੋਹਿਤ ਨੇ ਪੁੱਛਿਆ, ਜੇ ਮੇਰੇ ਮਾਪੇ ਸਹਿਮਤ ਨਹੀਂ ਹਨ ਤਾਂ ਕੀ ਤੁਸੀਂ ਸਹਿਮਤ ਹੋ? ਮੈਂ ਅਜੇ ਗੱਲ ਨਹੀਂ ਕੀਤੀ। ਮੈਂ ਸੋਚਿਆ ਕਿ ਜੇ ਤੁਸੀਂ ਜਵਾਬ ਦਿਓਗੇ ਤਾਂ ਮੈਂ ਮੰਮੀ ਡੈਡੀ ਨਾਲ ਗੱਲ ਕਰਾਂਗੀ। ਮੈਂ ਹਲਕੀ ਜਿਹੀ ਆਵਾਜ਼ ਵਿੱਚ ਕਿਹਾ। ਉਸ ਨੇ ਮੈਨੂੰ ਕਿਹਾ ਕਿ ਤੁਸੀਂ ਗੱਲ ਕਰਕੇ ਦੇਖੋ ਕਿ ਉਹ ਕੀ ਕਹਿੰਦੇ ਹਨ। ਮੋਹਿਤ ਨੇ ਕਿਹਾ ਤਾਂ ਮੈਂ ਸਿਰ ਹਿਲਾਇਆ। ਉਸ ਤੋਂ ਬਾਅਦ ਅਸੀਂ ਕੁਝ ਦੇਰ ਗੱਲਾਂ ਕਰਨ ਤੋਂ ਬਾਅਦ ਉੱਠੇ। ਮੋਹਿਤ ਨੇ ਬਿੱਲ ਦਾ ਭੁਗਤਾਨ ਕੀਤਾ ਅਤੇ ਉਸ ਤੋਂ ਬਾਅਦ ਅਸੀਂ ਆਪਣੇ ਘਰਾਂ ਨੂੰ ਪਰਤ ਆਏ। ਮੈਂ ਸਾਰਾ ਦਿਨ ਸੋਚਦੀ ਰਹੀ ਕਿ ਗੱਲ ਕਰਾਂ ਜਾਂ ਨਾ, ਕਿਤੇ ਮੇਰੇ ਮਾਤਾ ਪਿਤਾ ਵੀ ਮਨਾ ਨਾ ਕਰ ਦੇਣ। ਪਰ ਫਿਰ ਮੈਂ ਇਹ ਸੋਚ ਕੇ ਆਪਣੇ ਆਪ ਨੂੰ ਤਸੱਲੀ ਦਿੱਤੀ ਕਿ ਮੈਂ ਉਹਨਾਂ ਦੀ ਲਾਡਲੀ ਧੀ ਹਾਂ
ਉਹ ਕਦੇ ਵੀ ਮੈਨੂੰ ਇਨਕਾਰ ਨਹੀਂ ਕਰਦੇ, ਕਿਉਂਕਿ ਮੇਰੀ ਖੁਸ਼ੀ ਉਹਨਾਂ ਲਈ ਸਭ ਤੋਂ ਵੱਧ ਕੀਮਤੀ ਹੈ। ਇਹ ਸੋਚ ਕੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਮੈਂ ਆਪਣੇ ਮਾਤਾ ਪਿਤਾ ਦੇ ਕਮਰੇ ਵੱਲ ਚਲੀ ਗਈ, ਜੋ ਮੈਨੂੰ ਦੇਖ ਕੇ ਥੋੜਾ ਹੈਰਾਨ ਹੋਏ। ਪਰ ਬਿਨਾਂ ਕਿਸੇ ਡਰ ਅਤੇ ਝਿਜਕ ਦੇ ਮੈਂ ਉਹਨਾਂ ਨੂੰ ਮੋਹਿਤ ਬਾਰੇ ਦੱਸਿਆ ਕਿ ਮੈਂ ਉਸ ਨੂੰ ਪਸੰਦ ਕਰਦੀ ਹਾਂ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦੀ ਹਾਂ, ਜਿਸ ਤੇ ਮੇਰੇ ਪਿਤਾ ਜੀ ਮੇਰੇ ਤੇ ਗੁੱਸੇ ਹੋ ਗਏ ਅਤੇ ਪਿਤਾ ਜੀ ਨੇ ਕਿਹਾ ਕਿ ਅਸੀਂ ਤੇਰਾ ਰਿਸ਼ਤਾ ਕਿਤੇ ਹੋਰ ਫਾਈਨਲ ਕਰ ਦਿੱਤਾ ਹੈ ਅਤੇ ਜਲਦੀ ਹੀ ਮੰਗਣੀ ਹੋ ਜਾਵੇਗੀ ਅਤੇ ਅਸੀਂ ਆਪਣੀ ਗੱਲ ਤੋਂ ਮੁੱਕਰ ਨਹੀਂ ਸਕਦੇ। ਮੈਂ ਉਹਨਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਮੇਰੀ ਖੁਸ਼ੀ ਕਿਸੇ ਹੋਰ ਵਿੱਚ ਨਹੀਂ ਬਲਕਿ ਮੋਹਿਤ ਵਿੱਚ ਹੈ। ਤਾਂ ਪਿਤਾ ਜੀ ਮੈਨੂੰ ਮੋਹਿਤ ਬਾਰੇ ਪੁੱਛਣ ਲੱਗੇ ਕਿ ਉਹ ਕੌਣ ਹੈ, ਕਿੱਥੇ ਰਹਿੰਦਾ ਹੈ ਅਤੇ ਕੀ ਕਰਦਾ ਹੈ, ਉਹ ਕਿੰਨੀ ਜਾਇਦਾਦ ਦਾ ਮਾਲਕ ਹੈ, ਜਿਸ ਤੇ ਮੈਂ ਉਸ ਨੂੰ ਧੀਮੀ ਆਵਾਜ਼ ਵਿੱਚ ਕਿਹਾ ਕਿ ਉਹ ਗਰੀਬ ਲੜਕਾ ਹੈ ਅਤੇ ਨੌਕਰੀ ਲੱਭ ਰਿਹਾ ਹੈ। ਮੇਰੀ ਗੱਲ ਸੁਣ ਕੇ ਪਿਤਾ ਜੀ ਨੇ ਗੁੱਸੇ ਨਾਲ ਮੈਨੂੰ ਕਿਹਾ ਕਿ ਉਹ ਮੇਰਾ ਵਿਆਹ ਕਿਸੇ ਗਰੀਬ ਲੜਕੇ ਨਾਲ ਨਹੀਂ ਕਰਵਾ ਸਕਦੇ ਜੋ ਕਦੇ ਵੀ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਨਾ ਕਰ ਸਕੇ ਅਤੇ ਮੈਂ ਜਿੰਨੀ ਜਲਦੀ ਉਸ ਨੂੰ ਭੁੱਲ ਜਾਵਾਂ ਓਨਾ ਹੀ ਚੰਗਾ ਹੈ ਅਤੇ ਮੰਗਣੀ ਲਈ ਤਿਆਰ ਰਹਾਂ। ਅਤੇ ਉਹਨਾਂ ਨੇ ਮੈਨੂੰ ਆਪਣਾ ਅੰਤਿਮ ਫੈਸਲਾ ਸੁਣਾ ਦਿੱਤਾ ਅਤੇ ਵਾਪਸ ਮੈਨੂੰ ਆਪਣੇ ਕਮਰੇ ਵਿੱਚ ਜਾਣ ਲਈ ਕਿਹਾ। ਫਿਰ ਮੈਂ ਹੌਲੀ-ਹੌਲੀ ਆਪਣੇ ਕਮਰੇ ਵਿੱਚ ਆ ਗਈ ਅਤੇ ਕੁਝ ਸਮਾਂ ਸੋਚ ਕੇ ਮੈਂ ਮੋਹਿਤ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਜੋ ਮੈਂ ਆਪਣੇ ਪਿਤਾ ਜੀ ਨਾਲ ਕੀਤੀ ਸੀ। ਮੋਹਿਤ ਵੀ ਸੁਣ ਕੇ ਚੁੱਪ ਹੋ ਗਿਆ। ਜਦੋਂ ਮੈਂ ਉਸ ਨੂੰ ਆਪਣੀ ਮੰਗਣੀ ਬਾਰੇ ਦੱਸਿਆ ਤਾਂ ਉਸ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਕਿ ਉਹ ਮੈਨੂੰ ਕਿਸੇ ਹੋਰ ਨਾਲ ਵਿਆਹ ਨਹੀਂ ਕਰਨ ਦੇਵੇਗਾ ਕਿਉਂਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ। ਇਹ ਸੁਣ ਕੇ ਮੈਨੂੰ ਕੁਝ ਰਾਹਤ ਮਹਿਸੂਸ ਹੋਈ ਕਿਉਂਕਿ ਮੈਂ ਵੀ ਮੋਹਿਤ ਤੋਂ ਇਲਾਵਾ ਕਿਸੇ ਹੋਰ ਨਾਲ ਵਿਆਹ ਕਰਨ ਬਾਰੇ ਸੋਚ ਵੀ ਨਹੀਂ ਸਕਦੀ ਸੀ। ਅਸੀਂ ਕੁਝ ਦੇਰ ਇਸ ਤਰ੍ਹਾਂ ਸੋਚਦੇ ਰਹੇ ਆਪਣੇ ਪਰਿਵਾਰ ਨੂੰ ਕਿਵੇਂ ਮਨਾਉਣਾ ਹੈ, ਪਰ ਜਦੋਂ ਸਾਨੂੰ ਕਾਫੀ ਦੇਰ ਤੱਕ ਕੁਝ ਸਮਝ ਨਾ ਆਇਆ ਤਾਂ ਅਸੀਂ ਭੱਜ ਕੇ ਵਿਆਹ ਕਰਨ ਦਾ ਫੈਸਲਾ ਕੀਤਾ ਕਿਉਂਕਿ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਮੈਂ ਮੋਹਿਤ ਨੂੰ ਸਭ ਕੁਝ ਸਮਝਾਇਆ ਕਿ ਸਾਨੂੰ ਕਿਵੇਂ ਭੱਜਣਾ ਹੈ। ਟਾਈਮ ਦੀ ਗੱਲ ਕਰਕੇ ਮੈਂ ਫੋਨ ਬੰਦ ਕਰ ਦਿੱਤਾ। ਇਹ ਤੈਅ ਸੀ ਕਿ ਮੈਂ ਮੋਹਿਤ ਤੋਂ ਇਲਾਵਾ ਕਿਸੇ ਹੋਰ ਨਾਲ ਵਿਆਹ ਨਹੀਂ ਕਰ ਸਕਦੀ ਸੀ। ਫਿਰ ਵੀ ਕਿਸੇ ਅਣਜਾਣ ਦੀ ਚਿੰਤਾ ਕੀਤੇ ਬਿਨਾਂ ਮੈਂ ਅਜਿਹਾ ਫੈਸਲਾ ਲੈ ਲਿਆ ਸੀ ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਆਪਣੇ ਮਾਤਾ ਪਿਤਾ ਦੀ ਇੱਜ਼ਤ ਨੂੰ ਨਿਲਾਮ ਨਹੀਂ ਕਰਨਾ ਚਾਹੁੰਦੀ ਸੀ, ਪਰ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਅਤੇ ਮੇਰੇ ਕੋਲ ਕੋਈ ਹੋਰ ਚਾਰਾ ਵੀ ਨਹੀਂ ਸੀ। ਉਦੋਂ ਹੀ ਮੈਨੂੰ ਇਹ ਫੈਸਲਾ ਲੈਣ ਲਈ ਮਜਬੂਰ ਕੀਤਾ ਗਿਆ ਅਤੇ ਸਿਰਫ ਮੈਂ ਹੀ ਨਹੀਂ ਮੋਹਿਤ ਵੀ ਸਭ ਕੁਝ ਭੁੱਲ ਕੇ ਮੇਰੇ ਨਾਲ ਸਹਿਮਤ ਹੋਣ ਲਈ ਤਿਆਰ ਹੋ ਗਿਆ, ਜਿਸ ਕਾਰਨ ਮੈਨੂੰ ਯਕੀਨ ਹੋ ਗਿਆ ਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ। ਮੈਂ ਅਗਲਾ ਦਿਨ ਖੁਸ਼ੀ ਨਾਲ ਗੁਜ਼ਾਰਿਆ ਤਾਂ ਕਿ ਹਰ ਕੋਈ ਸੋਚੇ ਕਿ ਮੈਂ ਨਾਰਮਲ ਹਾਂ ਅਤੇ ਆਪਣੇ ਮਾਤਾ ਪਿਤਾ ਦੀ ਗੱਲ ਸੁਣ ਕੇ ਮੈਂ ਸਭ ਕੁਝ ਭੁੱਲ ਕੇ ਮੰਗਣੀ ਲਈ ਤਿਆਰ ਹੋ ਗਈ ਸੀ। ਜੇਕਰ ਕਿਸੇ ਨੂੰ ਮੇਰੇ ਤੇ ਸ਼ੱਕ ਹੁੰਦਾ ਤਾਂ ਕੋਈ ਮੈਨੂੰ ਘਰੋਂ ਭੱਜਣ ਨਹੀਂ ਦਿੰਦਾ ਸੀ। ਭੱਜਣ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ, ਕੋਈ ਮੈਨੂੰ ਕਮਰੇ ਤੋਂ ਬਾਹਰ ਵੀ ਨਹੀਂ ਜਾਣ ਦਿੰਦਾ ਸੀ। ਮੇਰੇ ਮਾਪੇ ਵੀ ਮੈਨੂੰ ਨਾਰਮਲ ਦੇਖ ਕੇ ਖੁਸ਼ ਸਨ ਅਤੇ ਮੇਰੇ ਨਾਲ ਪਹਿਲਾਂ ਵਾਂਗ ਪਿਆਰ ਨਾਲ ਪੇਸ਼ ਆ ਰਹੇ ਸਨ। ਖਾਣੇ ਦੌਰਾਨ ਉਹਨਾਂ ਨੇ ਸਭ ਨੂੰ ਮੇਰੀ ਮੰਗਣੀ ਬਾਰੇ ਦੱਸਿਆ ਤਾਂ ਜੋ ਤਿਆਰੀਆਂ ਸ਼ੁਰੂ ਹੋ ਸਕਣ। ਸਾਰੇ ਬਹੁਤ ਖੁਸ਼ ਨਜ਼ਰ ਆ ਰਹੇ ਸੀ। ਸਾਰੇ ਦਫ਼ਤਰ ਚਲੇ ਗਏ ਸਨ ਜਦੋਂ ਕਿ ਮੈਂ ਆਪਣੇ ਮਨ ਵਿੱਚ ਆਪਣੀ ਯੋਜਨਾ ਬਾਰੇ ਸੋਚਦੀ ਰਹੀ। ਮੈਂ ਕੁਝ ਪੈਸੇ ਅਤੇ ਕੁਝ ਸੋਨੇ ਦੇ ਗਹਿਣੇ ਜੋ ਮੈਂ ਆਪਣੇ ਕੱਪੜਿਆਂ ਦੇ ਬੈਗ ਵਿੱਚ ਰੱਖੇ ਹੋਏ ਸਨ, ਬੈਗ ਨੂੰ ਆਪਣੀ ਅਲਮਾਰੀ ਵਿੱਚ ਲੁਕਾ ਦਿੱਤਾ ਤਾਂ ਜੇਕਰ ਕੋਈ ਮੇਰੇ ਕਮਰੇ ਵਿੱਚ ਆਵੇ ਤਾਂ ਕਿਸੇ ਨੂੰ ਪਤਾ ਨਾ ਲੱਗੇ। ਦਿਨ ਬੀਤ ਗਿਆ ਅਤੇ ਰਾਤ ਹੋ ਗਈ। ਰਾਤ ਦਾ ਖਾਣਾ ਖਾਣ ਤੋਂ ਬਾਅਦ ਸਾਰੇ ਸੌਣ ਲਈ ਆਪੋ ਆਪਣੇ ਕਮਰਿਆਂ ਵਿੱਚ ਚਲੇ ਗਏ। ਜਦੋਂ ਕਿ ਮੈਂ ਸਾਰਿਆਂ ਦੇ ਸੌਣ ਦੀ ਉਡੀਕ ਕਰਦੀ ਰਹੀ। ਰਾਤ 1 ਵਜੇ ਦੇ ਕਰੀਬ ਮੈਂ ਆਪਣਾ ਮੂੰਹ ਰੁਮਾਲ ਨਾਲ ਲਪੇਟਿਆ ਅਤੇ ਆਪਣਾ ਬੈਗ ਲੈ ਕੇ ਬਾਹਰ ਆ ਗਈ। ਮੋਹਿਤ ਦਾ ਮੈਸੇਜ ਆਇਆ ਸੀ ਕਿ ਉਹ ਘਰ ਦੇ ਬਾਹਰ ਆ ਗਿਆ ਹੈ। ਮੈਂ 5 ਮਿੰਟ ਵਿੱਚ ਉੱਥੇ ਪਹੁੰਚ ਗਈ ਅਤੇ ਮੋਹਿਤ ਦੇ ਨਾਲ ਚਲੀ ਗਈ, ਇਹ ਸੋਚੇ ਬਿਨਾਂ ਕਿ ਮੇਰੇ ਇਸ ਕਦਮ ਨਾਲ ਮੇਰੇ ਮਾਤਾ ਪਿਤਾ ਦੀ ਕੀ ਇੱਜ਼ਤ ਰਹਿ ਜਾਵੇਗੀ। ਲੋਕ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਗੱਲਾਂ ਕਹਿਣਗੇ ਅਤੇ ਉਹ ਮੈਨੂੰ ਨਫ਼ਰਤ ਕਰਨ ਲੱਗ ਜਾਣਗੇ ਕਿਉਂਕਿ ਮੈਂ ਆਪਣੇ ਮਾਪਿਆਂ ਦੀ ਲਾਡਲੀ ਸੀ। ਉਸ ਸਮੇਂ ਮੈਂ ਆਪਣੇ ਪਿਆਰ ਤੋਂ ਇਲਾਵਾ ਕਿਸੇ ਹੋਰ ਚੀਜ਼ ਬਾਰੇ ਨਹੀਂ ਸੋਚ ਰਹੀ ਸੀ ਜਿਸ ਨੂੰ ਪ੍ਰਾਪਤ ਕਰਨ ਦਾ ਮੈਨੂੰ ਪੂਰਾ ਹੱਕ ਸੀ। ਮੈਂ ਆਪਣੇ ਮਾਪਿਆਂ ਨੂੰ ਗਲਤ ਸਮਝ ਰਹੀ ਸੀ ਜੋ ਮੇਰੀ ਇੱਛਾ ਪੂਰੀ ਕਰਨ ਦੀ ਬਜਾਏ ਮੈਨੂੰ ਰਿਸ਼ਤਾ ਬਣਾਉਣ ਲਈ ਮਜਬੂਰ ਕਰਨਾ ਚਾਹੁੰਦੇ ਸੀ। ਮੋਹਿਤ ਮੈਨੂੰ ਬਾਈਕ ਤੇ ਬਿਠਾ ਕੇ ਆਪਣੇ ਦੋਸਤ ਦੇ ਘਰ ਲੈ ਗਿਆ ਜਿੱਥੇ ਵਿਆਹ ਦਾ ਸਾਰਾ ਪ੍ਰਬੰਧ ਕੀਤਾ ਗਿਆ ਅਤੇ ਫਿਰ ਅਸੀਂ ਦੋਵੇਂ ਆਪਣੇ ਦੋਸਤਾਂ ਦੀ ਮੌਜੂਦਗੀ 'ਚ 7 ਫੇਰੇ
ਫੇਰੇ ਲੈ ਲਏ ਸੀ। ਵਿਆਹ ਤੋਂ ਬਾਅਦ ਮੋਹਿਤ ਆਪਣੇ ਦੋਸਤਾਂ ਨੂੰ ਮਿਲਿਆ ਅਤੇ ਮੈਨੂੰ ਦੂਜੇ ਸ਼ਹਿਰ ਲੈ ਆਇਆ। ਇੱਥੇ ਪਹੁੰਚਣ ਲਈ ਸਾਨੂੰ 6 ਘੰਟੇ ਲੱਗ ਗਏ। ਇੱਥੇ ਉਸ ਨੇ ਕਿਰਾਏ ਤੇ ਮਕਾਨ ਲੈ ਲਿਆ ਸੀ ਜਿੱਥੇ ਅਸੀਂ ਦੋਵੇਂ ਰਹਿਣ ਲੱਗ ਪਈ। ਮੈਂ ਅਤੇ ਮੋਹਿਤ ਨੇ ਪਿਆਰ ਕੀਤਾ ਸੀ ਅਤੇ ਸਾਨੂੰ ਇਹ ਲੱਗਿਆ ਸੀ ਜਿਵੇਂ ਹੁਣ ਸਾਡੀ ਜ਼ਿੰਦਗੀ ਆਰਾਮ ਨਾਲ ਗੁਜ਼ਰੇਗੀ, ਕਿਉਂਕਿ ਜੇ ਪਿਆਰ ਹੈ ਤਾਂ ਕਿਸੇ ਹੋਰ ਚੀਜ਼ ਦੀ ਕੀ ਲੋੜ ਹੈ। ਪਰ ਹੌਲੀ ਹੌਲੀ ਮੇਰਾ ਇਹ ਖਿਆਲ ਗਲਤ ਸਾਬਤ ਹੋਣ ਲੱਗਾ, ਕਿਉਂਕਿ ਪਿਆਰ ਤੋਂ ਇਲਾਵਾ ਪੈਸੇ ਦੀ ਵੀ ਲੋੜ ਹੁੰਦੀ ਹੈ ਜਿਸ ਦੇ ਸਹਾਰੇ ਜ਼ਿੰਦਗੀ ਗੁਜ਼ਾਰੀ ਜਾਂਦੀ ਹੈ। ਮੋਹਿਤ ਸਾਰਾ ਦਿਨ ਨੌਕਰੀ ਦੀ ਭਾਲ ਵਿੱਚ ਬਾਹਰ ਰਹਿੰਦਾ ਅਤੇ ਮੈਂ ਸਾਰਾ ਦਿਨ ਘਰ ਦੇ ਕੰਮ ਵਿੱਚ ਰੁੱਝੀ ਰਹਿੰਦੀ। ਮੋਹਿਤ ਕੋਲ ਜੋ ਪੈਸੇ ਸੀ ਉਹ ਉਸਨੇ ਘਰ ਦਾ ਕਿਰਾਇਆ ਦੇ ਦਿੱਤਾ, ਜਦੋਂ ਕਿ ਜੋ ਮੇਰੇ ਕੋਲ ਪੈਸੇ ਸੀ ਮੈਂ ਉਹਨਾਂ ਪੈਸਿਆਂ ਨਾਲ ਘਰ ਲਈ ਰਾਸ਼ਨ ਅਤੇ ਕੁਝ ਜ਼ਰੂਰੀ ਸਮਾਨ ਖਰੀਦਿਆ ਸੀ ਤਾਂ ਜੋ ਸਾਡੇ ਲਈ ਉੱਥੇ ਰਹਿਣਾ ਆਸਾਨ ਹੋ ਜਾਵੇ। ਸਾਨੂੰ ਇੱਥੇ ਆਇਆਂ ਨੂੰ 10 ਦਿਨ ਬੀਤ ਚੁੱਕੇ ਸਨ, ਪਰ ਮੋਹਿਤ ਨੂੰ ਅਜੇ ਤੱਕ ਨੌਕਰੀ ਨਹੀਂ ਮਿਲੀ ਸੀ। ਇਸ ਲਈ ਉਹ ਮਜ਼ਦੂਰੀ ਕਰਨ ਲੱਗਾ, ਜਿਸ ਕਾਰਨ ਉਸ ਨੇ ਕਈ ਦੋਸਤ ਬਣਾ ਲਏ। ਸਮਾਂ ਹੌਲੀ ਹੌਲੀ ਲੰਘਦਾ ਗਿਆ। ਮੈਂ ਆਪਣੇ ਪਿਤਾ ਜੀ ਦੀ ਲਾਡਲੀ ਸੀ ਅਤੇ ਅੱਜ ਤੱਕ ਉਹਨਾਂ ਨੇ ਮੈਨੂੰ ਕਦੇ ਕੋਈ ਕੰਮ ਲਈ ਨਹੀਂ ਕਿਹਾ ਸੀ। ਘਰ ਵਿੱਚ ਇੱਕ ਨੌਕਰਾਣੀ ਮੌਜੂਦ ਸੀ ਜੋ ਮੇਰਾ ਸਾਰਾ ਕੰਮ ਕਰਦੀ ਸੀ। ਮੈਂ ਆਪਣੇ ਭਰਾਵਾਂ ਲਈ ਵੀ ਕਦੇ ਕੋਈ ਕੰਮ ਨਹੀਂ ਕੀਤਾ ਅਤੇ ਉਹਨਾਂ ਨੂੰ ਕਦੇ ਪਾਣੀ ਦਾ ਗਲਾਸ ਵੀ ਨਹੀਂ ਦਿੱਤਾ ਸੀ। ਪਰ ਇੱਥੇ ਨਾ ਸਿਰਫ ਮੈਨੂੰ ਕੰਮ ਕਰਨੇ ਪੈਂਦੇ ਸੀ, ਸਗੋਂ ਮੈਨੂੰ ਆਪਣੇ ਪਤੀ ਦੀ ਵੀ ਸੇਵਾ ਕਰਨੀ ਪੈਂਦੀ ਸੀ। ਮੇਰੇ ਪਿਤਾ ਜੀ ਨੇ ਕਿਹਾ ਸੀ ਕਿ ਮੋਹਿਤ ਮੈਨੂੰ ਐਸ਼ੋ ਆਰਾਮ ਦੀ ਜ਼ਿੰਦਗੀ ਨਹੀਂ ਦੇ ਸਕੇਗਾ ਜਿਸ ਦੀ ਮੈਨੂੰ ਆਦਤ ਸੀ ਅਤੇ ਇਸ ਗੱਲ ਦੀ ਹੁਣ ਮੈਨੂੰ ਸਮਝ ਆ ਰਹੀ ਸੀ। ਪਰ ਹੁਣ ਕੁਝ ਨਹੀਂ ਹੋ ਸਕਦਾ ਸੀ। ਪਾਣੀ ਸਿਰ ਤੋਂ ਲੰਘ ਗਿਆ ਸੀ। ਹੌਲੀ ਹੌਲੀ ਮੋਹਿਤ ਦਾ ਵਿਵਹਾਰ ਵੀ ਬਦਲਣਾ ਸ਼ੁਰੂ ਹੋ ਗਿਆ ਅਤੇ ਉਹ ਮਜ਼ਦੂਰ ਵਾਂਗ ਵਿਵਹਾਰ ਕਰਨ ਲੱਗਾ। ਮੈਂ ਆਪਣੇ ਪਤੀ ਮੋਹਿਤ ਦੀ ਦਿਨ ਰਾਤ ਸੇਵਾ ਕਰਦੀ ਸੀ, ਪਰ ਜਿਵੇਂ ਰਾਤ ਢਲ ਗਈ ਮੋਹਿਤ ਆਪਣੇ ਕਈ ਦੋਸਤਾਂ ਨੂੰ ਘਰ ਲੈ ਆਇਆ ਜਿਨ੍ਹਾਂ ਲਈ ਮੈਨੂੰ ਬਹੁਤ ਸਾਰਾ ਖਾਣਾ ਬਣਾਉਣਾ ਪਿਆ। ਮੋਹਿਤ ਨੇ ਕਿਹਾ ਕਿ ਉਹਨਾਂ ਨੂੰ ਬਿਨਾਂ ਖਾਣਾ ਖਾਧੇ ਜਾਣ ਦੇਣਾ ਬੁਰਾ ਲੱਗਦਾ ਹੈ। ਹੁਣ ਇਹ ਰੋਜ਼ਾਨਾ ਦਾ ਕੰਮ ਹੋ ਗਿਆ ਸੀ। ਮੈਂ ਨਾ ਸਿਰਫ ਆਪਣੇ ਪਤੀ ਦੀ ਸੇਵਾ ਕਰਦੀ ਬਲਕਿ ਉਸਦੇ ਦੋਸਤਾਂ ਲਈ ਬਹੁਤ ਸਾਰਾ ਖਾਣਾ ਵੀ ਪਕਾਉਂਦੀ। ਮੋਹਿਤ ਆਪਣੀ ਕਮਾਈ ਦੇ ਸਾਰੇ ਪੈਸੇ ਇਸ ਤਰ੍ਹਾਂ ਖਰਚ ਕਰ ਰਿਹਾ ਸੀ। ਹੌਲੀ ਹੌਲੀ ਘਰ ਦੇ ਖਰਚੇ ਨੂੰ ਪੂਰਾ ਕਰਨ ਲਈ ਮੇਰੇ ਗਹਿਣੇ ਵੀ ਵੇਚ ਦਿੱਤੇ। ਮੈਂ ਆਪਣੀ ਪੁਰਾਣੀ ਜ਼ਿੰਦਗੀ ਨੂੰ ਯਾਦ ਕਰ ਰਹੀ ਸੀ ਜਿਸ ਵਿੱਚ ਮੈਨੂੰ ਕਦੇ ਵੀ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਨਾ ਹੀ ਕਿਸੇ ਚੀਜ਼ ਲਈ ਤਰਸਣਾ ਪਿਆ। ਹੁਣ ਮੈਨੂੰ ਪਿਤਾ ਜੀ ਦੀਆਂ ਗੱਲਾਂ ਸਹੀ ਲੱਗ ਰਹੀਆਂ ਸਨ। ਉਹਨਾਂ ਦਾ ਇਹ ਫੈਸਲਾ ਸਹੀ ਜਾਪਦਾ ਸੀ ਜੋ ਉਹਨਾਂ ਨੇ ਮੇਰੇ ਲਈ ਲਿਆ ਸੀ। ਮੋਹਿਤ ਲਈ ਮੇਰਾ ਪਿਆਰ ਘੱਟ ਨਹੀਂ ਹੋਇਆ ਸੀ, ਪਰ ਹੁਣ ਮੈਨੂੰ ਇਸ ਦਾ ਪਛਤਾਵਾ ਹੋਣ ਲੱਗਾ ਸੀ। ਜਦੋਂ ਮੈਨੂੰ ਆਪਣੀ ਪੁਰਾਣੀ ਜ਼ਿੰਦਗੀ ਯਾਦ ਆਉਂਦੀ ਤਾਂ ਮੈਂ ਰੋਣ ਲੱਗ ਪੈਂਦੀ। ਮੈਨੂੰ ਆਪਣੇ ਮਾਤਾ ਪਿਤਾ ਅਤੇ ਭਰਾ ਦੀ ਯਾਦ ਆਉਂਦੀ ਜਿਨ੍ਹਾਂ ਨੂੰ ਮਿਲੇ ਮੈਨੂੰ ਕਾਫੀ ਸਮਾਂ ਹੋ ਗਿਆ ਸੀ ਅਤੇ ਸਾਨੂੰ ਇੱਥੇ ਆਏ ਕਈ ਮਹੀਨੇ ਹੋ ਗਏ ਸਨ। ਇੱਕ ਦਿਨ ਦੀ ਗੱਲ ਹੈ, ਮੇਰੇ ਪਤੀ ਕੋਲ ਮਕਾਨ ਦਾ ਕਿਰਾਇਆ ਦੇਣ ਲਈ ਪੈਸੇ ਨਹੀਂ ਸਨ। ਅਸੀਂ ਦੋਵੇਂ ਚਿੰਤਤ ਬੈਠੇ ਸੀ। ਹੁਣ ਮੇਰੇ ਕੋਲ ਕੋਈ ਗਹਿਣਾ ਵੀ ਨਹੀਂ ਸੀ ਜਿਸ ਨੂੰ ਵੇਚ ਕੇ ਅਸੀਂ ਘਰ ਦਾ ਕਿਰਾਇਆ ਦੇ ਦਿੰਦੇ। ਮੋਹਿਤ ਨੇ ਕਿਹਾ ਸੀ ਕਿ ਮਕਾਨ ਮਾਲਕ ਨੇ ਜਲਦੀ ਕਿਰਾਇਆ ਮੰਗਿਆ ਹੈ। ਮੇਰਾ ਪਤੀ ਮੋਹਿਤ ਬਹੁਤ ਪਰੇਸ਼ਾਨ ਬੈਠਾ ਸੀ। ਮੈਂ ਵੀ ਉਹਦੇ ਕੋਲ ਹੀ ਬੈਠੀ ਸੀ। ਅਚਾਨਕ ਮੇਰੇ ਪਤੀ ਨੇ ਮੇਰੇ ਵੱਲ ਦੇਖਿਆ ਅਤੇ ਕਿਹਾ ਕਿ ਅੱਜ ਤੋਂ ਤੁਸੀਂ ਕੋਈ ਕੰਮ ਨਹੀਂ ਕਰੋਗੇ, ਤੁਸੀਂ ਆਰਾਮ ਕਰੋਗੇ। ਮੈਨੂੰ ਉਸ ਦੀ ਗੱਲ ਸੁਣ ਕੇ ਬਹੁਤ ਹੈਰਾਨੀ ਹੋਈ, ਕਿਉਂਕਿ ਅੱਜ ਤੋਂ ਪਹਿਲਾਂ ਉਸਨੇ ਕਦੇ ਵੀ ਅਜਿਹਾ ਕੁਝ ਨਹੀਂ ਕਿਹਾ ਸੀ ਅਤੇ ਨਾ ਹੀ ਉਸਨੇ ਕਦੇ ਕਿਸੇ ਕੰਮ ਵਿੱਚ ਮੇਰੀ ਮਦਦ ਕੀਤੀ ਸੀ। ਅਤੇ ਅੱਜ ਉਹ ਕਹਿ ਰਹੇ ਸੀ ਕਿ ਅੱਜ ਤੋਂ ਮੈਂ ਕੋਈ ਕੰਮ ਨਹੀਂ ਕਰਾਂਗੀ। ਦੇਰ ਰਾਤ ਹੋ ਗਈ ਸੀ ਅਤੇ ਮੈਂ ਹੈਰਾਨ ਸੀ ਕਿ ਅੱਜ ਮੇਰੇ ਪਤੀ ਨੂੰ ਕੀ ਹੋ ਗਿਆ ਸੀ। ਪਰ ਜੇਕਰ ਮੈਂ ਕੰਮ ਨਹੀਂ ਕਰਾਂਗੀ ਤਾਂ ਕੌਣ ਕਰੇਗਾ? ਮੈਂ ਚਿੰਤਾ ਨਾਲ ਪੁੱਛਿਆ ਤਾਂ ਉਸਨੇ ਕਿਹਾ, ਇਸ ਬਾਰੇ ਚਿੰਤਾ ਨਾ ਕਰੋ, ਤੁਸੀਂ ਕੋਈ ਕੰਮ ਨਹੀਂ ਕਰੋਗੇ, ਤੁਸੀਂ ਆਰਾਮ ਕਰੋਗੇ। ਮੇਰੇ ਪਤੀ ਮੋਹਿਤ ਨੇ ਬੜੇ ਮਿੱਠੇ ਲਹਿਜੇ ਵਿੱਚ ਕਿਹਾ। ਮੈਂ ਸਭ ਕੁਝ ਨਜ਼ਰ ਅੰਦਾਜ਼ ਕਰਕੇ ਸਿਰ ਹਿਲਾਇਆ। ਉਸ ਦਿਨ ਤੋਂ ਬਾਅਦ ਸਭ ਕੁਝ ਬਦਲ ਗਿਆ। ਮੈਨੂੰ ਲੱਗਾ ਕਿ ਮੇਰੀ ਜ਼ਿੰਦਗੀ ਹੀ ਸਵਰਗ ਹੈ, ਕਿਉਂਕਿ ਮੇਰੇ ਪਤੀ ਨੇ ਮੈਨੂੰ ਜ਼ਮੀਨ ਤੇ ਪੈਰ ਵੀ ਨਹੀਂ ਰੱਖਣ ਦਿੱਤੇ। ਸਾਡੇ ਕੋਲ ਘਰ ਦਾ ਕੰਮ ਕਰਨ ਲਈ ਨੌਕਰਾਨੀ ਰੱਖਣ ਦੀ ਸਮਰੱਥਾ ਵੀ ਨਹੀਂ ਸੀ। ਫਿਰ ਮੋਹਿਤ ਨੇ ਘਰ ਦਾ
ਸਾਰਾ ਕੰਮ ਖੁਦ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਣੇ ਕੰਮ ਤੇ ਵੀ ਨਹੀਂ ਗਿਆ। ਉਹ ਸਵੇਰੇ ਜਲਦੀ ਉੱਠਦਾ, ਨਾਸ਼ਤਾ ਬਣਾਉਂਦਾ, ਮੈਨੂੰ ਆਪਣੇ ਹੱਥਾਂ ਨਾਲ ਨਾਸ਼ਤਾ ਖਵਾਉਂਦਾ ਅਤੇ ਫਿਰ ਘਰ ਦੇ ਕੰਮ ਕਰਦਾ, ਜਿਸ ਵਿੱਚ ਸਫਾਈ, ਭਾਂਡੇ, ਰਸੋਈ ਦੀ ਸਫਾਈ, ਗੰਦੇ ਕੱਪੜੇ ਧੋਣੇ। ਉਸ ਤੋਂ ਬਾਅਦ ਉਹ ਦੁਪਹਿਰ ਨੂੰ ਖੁਦ ਖਾਣਾ ਬਣਾਉਂਦੇ ਅਤੇ ਫਿਰ ਸ਼ਾਮ ਨੂੰ ਖਾਣਾ ਬਣਾਉਣ ਦੇ ਨਾਲ ਨਾਲ ਰਸੋਈ ਦੀ ਸਫਾਈ ਕਰਦੇ। ਰਾਤ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾ ਕੇ ਸਵਾ ਦਿੰਦੇ। ਮੈਂ ਉਹਨਾਂ ਨੂੰ ਕਈ ਵਾਰ ਮਨਾ ਵੀ ਕੀਤਾ, ਪਰ ਉਹਨਾਂ ਨੇ ਮੇਰੀ ਇੱਕ ਨਾ ਸੁਣੀ, ਸਗੋਂ ਸਖਤੀ ਨਾਲ ਨਾ ਕਰ ਦਿੱਤੀ। ਉਸ ਨੂੰ ਉਹ ਕਰਨ ਦਿਓ ਜੋ ਉਹ ਕਰ ਰਿਹਾ ਹੈ। ਹਰ ਰਾਤ ਉਹ ਮੈਨੂੰ ਆਪਣੇ ਹੱਥਾਂ ਨਾਲ ਖਾਣਾ ਖਵਾ ਕੇ ਸਵਾ ਦਿੰਦੇ ਸੀ। ਇੰਜ ਲੱਗਦਾ ਸੀ ਜਿਵੇਂ ਮੈਂ ਇੱਕ ਛੋਟੀ ਜਿਹੀ ਕੁੜੀ ਹਾਂ ਜੋ ਆਪਣੇ ਆਪ ਖਾਣਾ ਵੀ ਨਹੀਂ ਖਾ ਸਕਦੀ, ਪਰ ਮੈਂ ਕੀ ਕਰ ਸਕਦੀ ਸੀ। ਮੋਹਿਤ ਨੇ ਮੇਰੀ ਬਿਲਕੁਲ ਨਹੀਂ ਸੁਣੀ। ਹਰ ਰੋਜ਼ ਮੈਂ ਮੋਹਿਤ ਦੇ ਹੱਥ ਦਾ ਖਾਣਾ ਖਾ ਕੇ ਸੌਂ ਜਾਂਦੀ, ਪਰ ਜਦੋਂ ਸਵੇਰੇ ਉੱਠਦੀ ਹਾਂ ਤਾਂ ਅਜੀਬ ਜਿਹੀ ਬੇਚੈਨੀ ਮਹਿਸੂਸ ਹੁੰਦੀ ਹੈ। ਇੰਜ ਲੱਗਦਾ ਹੈ ਜਿਵੇਂ ਮੇਰਾ ਸਾਰਾ ਸਰੀਰ ਦੁਖ ਰਿਹਾ ਹੋਵੇ। ਮੈਂ ਇਸ ਗੱਲ ਨੂੰ ਨਜ਼ਰ ਅੰਦਾਜ਼ ਕਰਨ ਲੱਗੀ, ਇਹ ਸੋਚ ਕੇ ਕਿ ਪਹਿਲਾਂ ਮੈਂ ਤੁਰਦੀ ਫਿਰਦੀ ਰਹਿੰਦੀ ਸੀ, ਹੁਣ ਮੈਂ ਸਾਰਾ ਦਿਨ ਮੰਜੇ ਤੇ ਪਈ ਰਹਿੰਦੀ ਹਾਂ। ਸ਼ਾਇਦ ਇਸੇ ਲਈ ਮੈਨੂੰ ਦਰਦ ਹੁੰਦਾ ਹੈ, ਪਰ ਮੇਰੇ ਨਾਲ ਹਰ ਰੋਜ਼ ਇਹੀ ਕੁਝ ਹੋਣ ਲੱਗਾ। ਮੋਹਿਤ ਹਰ ਰਾਤ ਮੈਨੂੰ ਖਾਣਾ ਖਵਾ ਕੇ ਸਵਾ ਦਿੰਦਾ ਸੀ, ਪਰ ਜਦੋਂ ਮੈਂ ਅਗਲੀ ਸਵੇਰ ਉੱਠਦੀ ਸੀ ਤਾਂ ਮੇਰੇ ਪੂਰੇ ਸਰੀਰ ਵਿੱਚ ਬਹੁਤ ਦਰਦ ਹੁੰਦਾ ਸੀ, ਜਿਸ ਨੂੰ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਸੀ। ਅਤੇ ਇਹ ਸਭ ਉਸ ਸਮੇਂ ਤੋਂ ਸ਼ੁਰੂ ਹੋਇਆ ਸੀ ਜਦੋਂ ਤੋਂ ਮੋਹਿਤ ਨੇ ਖੁਦ ਮੈਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਉਣਾ ਸ਼ੁਰੂ ਕੀਤਾ ਸੀ। ਸੌਣ ਤੋਂ ਬਾਅਦ ਮੈਨੂੰ ਯਾਦ ਨਹੀਂ ਰਹਿੰਦਾ ਸੀ ਕਿ ਅਗਲੇ ਦਿਨ ਮੇਰੇ ਨਾਲ ਕੀ ਹੋਇਆ ਸੀ। ਮੈਂ ਕਮਜ਼ੋਰੀ ਮਹਿਸੂਸ ਕਰ ਰਹੀ ਸੀ। ਅਜੀ ਕਮਜ਼ੋਰੀ ਪਹਿਲਾਂ ਵੀ ਸੀ, ਪਰ ਹੁਣ ਇਹ ਕਮਜ਼ੋਰੀ ਦੇ ਦਰਦ ਵਧਣ ਲੱਗ ਪਿਆ ਸੀ। ਉਸ ਦਿਨ ਤੋਂ ਮੈਂ ਦੇਖਿਆ ਕਿ ਮੋਹਿਤ ਘਰ ਦਾ ਕਿਰਾਇਆ ਦੇਣ ਤੇ ਨਿਰਭਰ ਹੋ ਗਿਆ ਸੀ ਅਤੇ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਘਰ ਦਾ ਰਾਸ਼ਨ ਕਿੱਥੋਂ ਆ ਰਿਹਾ ਹੈ। ਆਪਣੇ ਪਤੀ ਦੀ ਬਦਲਦੀ ਹਾਲਤ ਦੇਖ ਕੇ ਮੈਨੂੰ ਸ਼ੱਕ ਹੋਣ ਲੱਗਾ ਅਤੇ ਇੰਜ ਲੱਗਾ ਜਿਵੇਂ ਉਹ ਮੇਰੇ ਤੋਂ ਕੁਝ ਲੁਕਾ ਰਿਹਾ ਹੋਵੇ, ਪਰ ਇਹ ਜਾਣਨਾ ਮੇਰੇ ਲਈ ਜ਼ਰੂਰੀ ਸੀ। ਮੇਰੇ ਦਿਮਾਗ ਵਿੱਚ ਬਹੁਤ ਬੁਰੇ ਵਿਚਾਰ ਆਉਣ ਲੱਗੇ, ਜਿਵੇਂ ਮੇਰੇ ਸੌਣ ਤੋਂ ਬਾਅਦ ਮੇਰੇ ਨਾਲ ਕੁਝ ਬੁਰਾ ਹੁੰਦਾ ਹੋਵੇ ਅਤੇ ਇਸ ਸਭ ਵਿੱਚ ਮੋਹਿਤ ਦਾ ਹੱਥ ਹੈ। ਪਰ ਫਿਲਹਾਲ ਮੈਨੂੰ ਮੋਹਿਤ ਤੇ ਸ਼ੱਕ ਸੀ, ਪਰ ਸੋਚ ਕੇ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਕਿ ਮੋਹਿਤ ਮੇਰੇ ਨਾਲ ਕੁਝ ਗਲਤ ਕਰ ਰਿਹਾ ਹੈ। ਉਸ ਦੀ ਬਦਲਤੀ ਹਾਲਤ ਮੇਰੀਆਂ ਅੱਖਾਂ ਦੇ ਸਾਹਮਣੇ ਸੀ। ਫਿਰ ਮੈਨੂੰ ਉਸ ਤੇ ਸ਼ੱਕ ਕਿਵੇਂ ਨਾ ਹੁੰਦਾ। ਉਹ ਮੇਰੇ ਤੋਂ ਆਪਣੀ ਸੇਵਾ ਕਰਵਾਉਂਦਾ ਸੀ ਅਤੇ ਹੁਣ ਉਹ ਆਪ ਮੇਰੀ ਸੇਵਾ ਕਰ ਰਿਹਾ ਸੀ, ਅਤੇ ਉਹ ਵੀ ਆਪਣੇ ਮੱਥੇ ਤੇ ਝੁਰੜੀਆਂ ਲਿਆਏ ਬਿਨਾਂ। ਫਿਰ ਮੈਂ ਬਿਨਾਂ ਸ਼ੱਕ ਕਿਵੇਂ ਰਹਿ ਸਕਦੀ ਹਾਂ। ਇਸ ਤਰ੍ਹਾਂ ਕਰਦੇ ਹੋਏ 20 ਦਿਨ ਬੀਤ ਗਏ ਸਨ ਅਤੇ ਇਹਨਾਂ 20 ਦਿਨਾਂ ਵਿੱਚ ਮੈਂ ਚਿੰਤਾ ਦੇ ਨਾਲ ਬਹੁਤ ਕਮਜ਼ੋਰ ਹੋ ਗਈ ਸੀ। ਹੁਣ ਮੈਨੂੰ ਇਹ ਪਤਾ ਲਗਾਉਣਾ ਸੀ ਕਿ ਮੇਰਾ ਸ਼ੱਕ ਸੱਚ ਸੀ ਜਾਂ ਝੂਠ। ਇੱਕ ਦਿਨ ਵਿਉਂਤ ਅਨੁਸਾਰ ਖਾਣੇ ਨੂੰ ਆਪਣੇ ਕਮਰੇ ਵਿੱਚ ਲੈ ਆਈ ਅਤੇ ਕਿਹਾ ਕਿ ਅੱਜ ਮੈਂ ਖੁਦ ਖਾ ਲਵਾਂਗੀ। ਮੇਰੇ ਪਤੀ ਨੇ ਭਾਂਡੇ ਧੋਣੇ ਸ਼ੁਰੂ ਕਰ ਦਿੱਤੇ ਅਤੇ ਮੈਂ ਕਮਰੇ ਵਿੱਚ ਆ ਕੇ ਸਾਰਾ ਖਾਣਾ ਪੋਲੀਥੀਨ ਵਿੱਚ ਪਾ ਕੇ ਖਿੜਕੀ ਤੋਂ ਬਾਹਰ ਸੁੱਟ ਦਿੱਤਾ ਅਤੇ ਫਿਰ ਜਾ ਕੇ ਮੰਜੇ ਤੇ ਲੇਟ ਗਈ ਅਤੇ ਸੌਣ ਦੀ ਐਕਟਿੰਗ ਕਰਨ ਲੱਗੀ। ਮੈਂ ਕੁਝ ਸਮੇਂ ਲਈ ਆਪਣੀਆਂ ਅੱਖਾਂ ਬੰਦ ਕੀਤੀਆਂ ਸਨ ਜਦੋਂ ਮੇਰੀ ਜਾਨ ਨਿਕਲ ਗਈ, ਕਿਉਂਕਿ ਮੈਂ ਕਮਰੇ ਦੇ ਬਾਹਰ ਇੱਕ ਆਦਮੀ ਅਤੇ ਔਰਤ ਨੂੰ ਗੱਲਾਂ ਕਰਦੇ ਸੁਣਿਆ ਸੀ, ਜਿਸ ਵਿੱਚ ਮੇਰੇ ਪਤੀ ਮੋਹਿਤ ਦੀ ਆਵਾਜ਼ ਵੀ ਸ਼ਾਮਲ ਸੀ। ਉਹ ਕਿਸ ਬਾਰੇ ਗੱਲ ਕਰ ਰਹੇ ਸਨ ਮੈਨੂੰ ਕੁਝ ਸਮਝ ਨਹੀਂ ਆਇਆ, ਪਰ ਇੱਕ ਆਦਮੀ ਅਤੇ ਇੱਕ ਔਰਤ ਦੀਆਂ ਆਵਾਜ਼ਾਂ ਸੁਣ ਕੇ ਮੈਨੂੰ ਯਕੀਨ ਹੋ ਗਿਆ ਸੀ ਕਿ ਮੋਹਿਤ ਮੇਰੇ ਬਦਲੇ ਉਹਨਾਂ ਤੋਂ ਪੈਸੇ ਲੈ ਰਿਹਾ ਹੈ। ਇਹ ਸੋਚ ਕੇ ਮੇਰੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗੇ ਕਿ ਮੋਹਿਤ ਨੂੰ ਇਸ ਗੱਲ ਦੀ ਵੀ ਪਰਵਾਹ ਨਹੀਂ ਕਿ ਮੈਂ ਉਸ ਦੀ ਇੱਜ਼ਤ ਸੀ। ਮੇਰਾ ਸ਼ੱਕ ਵੱਧਦਾ ਜਾ ਰਿਹਾ ਸੀ ਤੇ ਦਿਲ ਕਰਦਾ ਸੀ ਕਿ ਕਿਤੇ ਦੂਰ ਚਲੀ ਜਾਵਾਂ। ਮੋਹਿਤ ਲਈ ਮੈਂ ਆਪਣਾ ਘਰ, ਆਪਣੇ ਮਾਤਾ ਪਿਤਾ ਅਤੇ ਐਸ਼ੋ ਆਰਾਮ ਨਾਲ ਭਰੀ ਜ਼ਿੰਦਗੀ ਛੱਡ ਦਿੱਤੀ ਸੀ ਅਤੇ ਉਹੀ ਮੋਹਿਤ ਮੇਰੀ ਜ਼ਿੰਦਗੀ ਵੇਚ ਕੇ ਪੈਸੇ ਕਮਾ ਰਿਹਾ ਹੈ। ਇਸ ਤੋਂ ਪਹਿਲਾਂ ਕਿ ਮੈਂ ਉੱਠ ਕੇ ਭਾਈ ਦੀ ਕਮਰੇ ਦਾ ਦਰਵਾਜ਼ਾ ਖੁੱਲਿਆ ਅਤੇ ਉਹ 3 ਵਿਅਕਤੀ ਅੰਦਰ ਆ ਗਏ। ਆਪਣੇ ਹੰਝੂਆਂ ਤੇ ਕਾਬੂ ਪਾ ਕੇ ਮੈਂ ਅੱਖਾਂ ਬੰਦ ਕਰਕੇ ਸੌਣ ਦਾ ਬਹਾਨਾ ਬਣਾ ਕੇ ਲੇਟੀ ਰਹੀ। ਮੋਹਿਤ ਹੁਣ ਉਸ ਆਦਮੀ ਨਾਲ ਮੇਰੀ ਸਿਹਤ ਬਾਰੇ ਗੱਲ ਕਰ ਰਿਹਾ ਸੀ, ਜਿਸ ਤੋਂ ਮੈਂ ਹੈਰਾਨ ਸੀ। ਉਹ ਆਦਮੀ ਉਸ ਨੂੰ ਦੱਸ ਰਿਹਾ ਸੀ ਕਿ ਠੀਕ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ, ਕਿਉਂਕਿ ਸਰੀਰ ਨੂੰ ਅਜੇ ਜ਼ਿਆਦਾ ਨੁਕਸਾਨ ਨਹੀਂ ਹੋਇਆ। ਡਾਕਟਰ ਦਾ ਜਵਾਬ
ਜਵਾਬ ਸੁਣ ਕੇ ਮੈਂ ਹੈਰਾਨ ਰਹਿ ਗਈ। ਪਰ ਫਿਰ ਕਿਸੇ ਨੇ ਕੂਣੀ ਦੇ ਕੋਲ ਮੇਰੇ ਗੁੱਟ ਦੀ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ ਅਤੇ ਸ਼ਾਇਦ ਇਹ ਉਹੀ ਔਰਤ ਸੀ। ਮੈਨੂੰ ਬਹੁਤ ਦਰਦ ਹੋ ਰਿਹਾ ਸੀ, ਪਰ ਮੈਂ ਇਸ ਨੂੰ ਬਰਦਾਸ਼ਤ ਕੀਤਾ ਅਤੇ ਉੱਥੇ ਹੀ ਪਈ ਰਹੀ। ਫਿਰ ਮੈਨੂੰ ਕੂਣੀ ਦੇ ਉੱਪਰਲੇ ਪਾਸੇ ਵੀ ਕੁਝ ਚੁਭਦਾ ਮਹਿਸੂਸ ਹੋਇਆ। ਉਸ ਤੋਂ ਬਾਅਦ ਜਿੱਥੇ ਸੂਈ ਚੁਭੋਈ ਗਈ ਸੀ ਉਸ ਜਗ੍ਹਾ ਤੇ ਟੇਪ ਲਗਾ ਦਿੱਤੀ ਗਈ ਅਤੇ ਫਿਰ ਕੁਝ ਖੜਕਣ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਸੂਈ ਦੇ ਚੁਭਣ ਤੇ ਕਿਸ ਔਂਕੜ ਨਾਲ ਦਰਦ ਨੂੰ ਸਹਾਰਿਆ, ਸਿਰਫ ਮੈਂ ਜਾਂ ਮੇਰਾ ਰੱਬ ਹੀ ਜਾਣਦਾ ਸੀ। ਮੇਰਾ ਡਰ ਬਹੁਤ ਵਧਣ ਲੱਗਾ ਕਿ ਪਤਾ ਨਹੀਂ ਇਹ ਲੋਕ ਹੁਣ ਮੇਰੇ ਨਾਲ ਕੀ ਕਰਨ ਜਾ ਰਹੇ ਹਨ। ਕੁਝ ਦੇਰ ਬਾਅਦ ਫਿਰ ਇੱਕ ਵਾਰ ਮੈਨੂੰ ਸੂਈ ਚੁਭੀ ਅਤੇ ਉਹ ਬਹੁਤ ਦੇਰ ਤੱਕ ਅੰਦਰ ਹੀ ਰਹੀ। ਜਾਂ ਤਾਂ ਮੈਨੂੰ ਟੀਕਾ ਲਗਾਇਆ ਗਿਆ ਸੀ ਜਾਂ ਮੇਰਾ ਖੂਨ ਕੱਢਿਆ ਗਿਆ ਸੀ। ਮੋਹਿਤ ਹੌਲੀ ਜਿਹੀ ਆਵਾਜ਼ ਵਿੱਚ ਡਾਕਟਰ ਨੂੰ ਲਗਾਤਾਰ ਕੁਝ ਪੁੱਛ ਰਿਹਾ ਸੀ। ਮੈਂ ਅੱਖ ਝਪਕ ਕੇ ਦੇਖਿਆ ਕਿ ਮੇਰੇ ਨੇੜੇ ਇੱਕ ਬਹੁਤ ਹੀ ਖੂਬਸੂਰਤ ਕੁੜੀ ਖੜੀ ਸੀ ਜਿਸ ਨੇ ਵਧੀਆ ਕੱਪੜੇ ਪਾਏ ਹੋਏ ਸਨ। ਉਸ ਦਾ ਧਿਆਨ ਮੇਰੇ ਵੱਲ ਨਹੀਂ ਸੀ, ਇਸ ਕਰਕੇ ਉਸਨੇ ਮੈਨੂੰ ਅੱਖਾਂ ਖੋਲਦਿਆਂ ਨਹੀਂ ਦੇਖਿਆ। ਮੇਰੇ ਨੇੜੇ ਇੱਕ ਲੋਹੇ ਦਾ ਸਟੈਂਡ ਰੱਖਿਆ ਗਿਆ ਸੀ ਜਿਸ ਤੇ ਬੋਤਲ ਟੰਗੀ ਜਾਂਦੀ ਹੈ। ਮੈਂ ਆਪਣੇ ਨੇੜੇ ਪੈਰਾਂ ਦੀ ਆਵਾਜ਼ ਮਹਿਸੂਸ ਕੀਤੀ। ਫਿਰ ਮੈਂ ਤੇਜ਼ੀ ਨਾਲ ਦੇਖਿਆ ਅਤੇ ਦੇਖਿਆ ਕਿ ਉਹ ਮੋਹਿਤ ਹੀ ਸੀ ਜੋ ਮੇਰੇ ਨੇੜੇ ਆ ਕੇ ਬੈਠ ਗਿਆ ਸੀ ਅਤੇ ਫਿਰ ਮੇਰੇ ਸਿਰ ਤੇ ਹੱਥ ਫੇਰਨ ਲੱਗਾ ਸੀ। ਕੁਝ ਦੇਰ ਬਾਅਦ ਉਹ ਮੇਰੇ ਕੋਲੋਂ ਉੱਠਿਆ। ਫਿਰ ਉਹ ਔਰਤ ਅਤੇ ਆਦਮੀ ਦੇ ਨਾਲ ਬਾਹਰ ਚਲਾ ਗਿਆ। ਜਿਵੇਂ ਹੀ ਉਹ ਚਲਾ ਗਿਆ ਮੈਂ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਮੇਰੀ ਬਾਂਹ ਤੇ ਕਨੂਲਾ ਲੱਗਿਆ ਹੋਇਆ ਸੀ। ਇੱਕ ਪਾਸੇ ਕੁਝ ਦਵਾਈਆਂ ਪਈਆਂ ਸਨ। ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ। ਦਰਵਾਜ਼ਾ ਖੜਕਣ ਦੀ ਆਵਾਜ਼ ਤੇ ਮੈਂ ਇੱਕ ਵਾਰ ਫਿਰ ਸੌਣ ਦਾ ਬਹਾਨਾ ਕਰਨ ਲੱਗੀ। ਮੋਹਿਤ ਮੇਰੇ ਨੇੜੇ ਆਇਆ, ਮੇਰੇ ਮੱਥੇ ਨੂੰ ਚੁੰਮਿਆ ਅਤੇ ਕਿਹਾ, ਚਿੰਤਾ ਨਾ ਕਰੋ, ਤੁਸੀਂ ਪਹਿਲਾਂ ਵਾਂਗ ਹੋ ਜਾਓਗੇ। ਇਹ ਕਹਿ ਕੇ ਉਹ ਉੱਠਿਆ ਅਤੇ ਫਿਰ ਕਮਰੇ ਨੂੰ ਬਾਹਰੋਂ ਤਾਲਾ ਲਗਾ ਕੇ ਬਾਹਰ ਚਲਾ ਗਿਆ। ਮੈਂ ਜਲਦੀ ਉੱਠੀ, ਕੈਨੂਲਾ ਕੱਢਿਆ ਅਤੇ ਦੁਬਾਰਾ ਖੜੀ ਹੋ ਗਈ, ਪਰ ਮੈਨੂੰ ਬਹੁਤ ਚੱਕਰ ਆ ਰਹੇ ਸੀ ਅਤੇ ਮੇਰੇ ਨੱਕ ਵਿੱਚੋਂ ਖੂਨ ਵਗਣ ਲੱਗਾ। ਮੈਂ ਆਪਣੇ ਆਪ ਤੇ ਕਾਬੂ ਰੱਖ ਕੇ ਨੱਕ ਚੋਂ ਵਗਦਾ ਖੂਨ ਸਾਫ਼ ਕੀਤਾ, ਦੂਜੀ ਚਾਬੀ ਲੈ ਕੇ ਤਾਲਾ ਖੋਲ੍ਹਿਆ ਅਤੇ ਬਾਹਰ ਨਿਕਲ ਗਈ। ਜਦੋਂ ਮੈਂ ਘਰੋਂ ਬਾਹਰ ਆਈ ਤਾਂ ਮੋਹਿਤ ਮੋਟਰਸਾਈਕਲ ਤੇ ਕਿਤੇ ਜਾ ਰਿਹਾ ਸੀ ਤਾਂ ਮੈਂ ਇੱਕ ਰਿਕਸ਼ਾ ਰੋਕ ਕੇ ਉਸ ਦਾ ਪਿੱਛਾ ਕਰਨ ਲੱਗੀ। ਮੈਂ ਬਹੁਤ ਕਮਜ਼ੋਰ ਅਤੇ ਬੇਚੈਨ ਮਹਿਸੂਸ ਕਰ ਰਹੀ ਸੀ, ਪਰ ਮੈਂ ਇਸ ਨੂੰ ਬਰਦਾਸ਼ਤ ਕੀਤਾ। ਕੁਝ ਸਮੇਂ ਬਾਅਦ ਉਹ ਸਰਕਸ ਦੇ ਬਾਹਰ ਰੁਕ ਗਿਆ ਅਤੇ ਫਿਰ ਮੋਟਰਸਾਈਕਲ ਖੜਾ ਕਰਕੇ ਅੰਦਰ ਚਲਾ ਗਿਆ। ਮੈਂ ਵੀ ਕਿਰਾਇਆ ਅਦਾ ਕੀਤਾ ਅਤੇ ਉਸ ਦੇ ਪਿੱਛੇ ਪਿੱਛੇ ਚਲੀ ਗਈ ਜਿੱਥੇ ਬਹੁਤ ਸਾਰੇ ਲੋਕ ਬੈਠੇ ਸਨ। ਸ਼ਾਇਦ ਉਹ ਸਰਕਸ ਦੇਖਣ ਆਏ ਸਨ। ਮੇਰੇ ਕੋਲ ਟਿਕਟਾਂ ਨਹੀਂ ਸਨ, ਇਸ ਲਈ ਮੈਂ ਮੋਹਿਤ ਦਾ ਪਿੱਛਾ ਕੀਤਾ ਜਿੱਥੇ ਉਹ ਇੱਕ ਕਮਰੇ ਵਿੱਚ ਚਲਾ ਗਿਆ ਸੀ। ਮੈਂ ਲੁਕ ਕੇ ਉਸ ਦਾ ਇੰਤਜ਼ਾਰ ਕਰਨ ਲੱਗੀ ਅਤੇ ਕੁਝ ਦੇਰ ਬਾਅਦ ਉਹ ਬਾਹਰ ਆ ਗਿਆ, ਪਰ ਮੈਂ ਉਸ ਨੂੰ ਇੱਕ ਪਲ ਲਈ ਵੀ ਨਹੀਂ ਪਛਾਣ ਸਕੀ ਕਿਉਂਕਿ ਉਹ ਇੱਕ ਜੋਕਰ ਦੇ ਕੱਪੜਿਆਂ ਵਿੱਚ ਸੀ। ਉਸ ਨੇ ਆਪਣੇ ਹੱਥ ਵਿੱਚ ਕਈ ਗੇਂਦਾਂ ਫੜੀਆਂ ਹੋਈਆਂ ਸਨ ਜਿਸ ਨੂੰ ਉਹ ਉੱਪਰ ਹੇਠਾਂ ਸੁੱਟ ਰਿਹਾ ਸੀ, ਪਰ ਉਹ ਕਿਸੇ ਮਾਹਿਰ ਜੋਕਰ ਵਾਂਗ ਨਹੀਂ ਕਰ ਰਿਹਾ ਸੀ। ਸ਼ਾਇਦ ਉਹ ਅਭਿਆਸ ਕਰ ਰਿਹਾ ਸੀ, ਪਰ ਉਹ ਪੂਰੀ ਤਰ੍ਹਾਂ ਸਿੱਖ ਨਹੀਂ ਸਕਿਆ ਸੀ। ਉਸ ਨੇ ਮੇਰੇ ਵੱਲ ਨਾ ਦੇਖਿਆ ਅਤੇ ਫਿਰ ਅੰਦਰ ਚਲਾ ਗਿਆ। ਮੈਂ ਵੀ ਉਸ ਦੇ ਪਿੱਛੇ ਪਿੱਛੇ ਤੁਰ ਪਈ ਤੇ ਦੂਰੋਂ ਉਸ ਨੂੰ ਦੇਖਣ ਲੱਗੀ। ਉਹ ਸਟੇਜ ਤੇ ਖੜਾ ਹੋ ਕੇ ਵੱਖ-ਵੱਖ ਤਰ੍ਹਾਂ ਦੀਆਂ ਐਕਟਿੰਗ ਕਰ ਰਿਹਾ ਸੀ। ਕਈ ਵਾਰ ਉਸ ਨੇ 4-5 ਗੇਂਦਾਂ ਨੂੰ ਇਕੱਲੇ ਉਛਾਲ ਕੇ ਫੜਨ ਦੀ ਕੋਸ਼ਿਸ਼ ਕੀਤੀ, ਕਈ ਵਾਰ ਇੱਕ ਪਹੀਆ ਸਾਈਕਲ ਚਲਾਉਂਦੇ ਹੋਏ, ਪਰ ਉਹ ਇੱਕ ਵੀ ਖੇਡ ਦਾ ਪ੍ਰਦਰਸ਼ਨ ਸਹੀ ਢੰਗ ਨਾਲ ਨਹੀਂ ਕਰ ਸਕਿਆ। ਗੇਂਦਾਂ ਬਾਰ-ਬਾਰ ਹੇਠਾਂ ਡਿੱਗ ਜਾਂਦੀਆਂ ਅਤੇ ਇੱਕ ਵਾਰ ਉਹ ਸਾਈਕਲ ਤੋਂ ਵੀ ਡਿੱਗ ਗਿਆ ਸੀ। ਉਸ ਦੇ ਨਾਕਾਮ ਕਾਰਨਾਮੇ ਨੂੰ ਦੇਖ ਕੇ ਲੋਕ ਉਸ ਨੂੰ ਗੱਲਾਂ ਸੁਣਾ ਰਹੇ ਸੀ। ਉਹ ਉਸ ਤੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਸੁੱਟ ਰਹੇ ਸਨ ਅਤੇ ਆਪਣੀ ਨਾਪਸੰਦੀ ਜ਼ਾਹਰ ਕਰ ਰਹੇ ਸਨ, ਜਿਸ ਤੇ ਉਸ ਨੂੰ ਜਲਦੀ ਹੀ ਉਸੇ ਸਟੇਜ ਤੋਂ ਵਾਪਸ ਬੁਲਾ ਲਿਆ ਗਿਆ। ਇਹ ਸਭ ਦੇਖ ਕੇ ਮੈਂ ਨਾ ਸਿਰਫ ਹੈਰਾਨ ਅਤੇ ਪਰੇਸ਼ਾਨ ਸੀ, ਸਗੋਂ ਰੋ ਵੀ ਰਹੀ ਸੀ ਕਿਉਂਕਿ ਮੈਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਉਹ ਇਹ ਸਭ ਪੈਸੇ ਕਮਾਉਣ ਲਈ ਕਰ ਰਿਹਾ ਸੀ। ਮੈਂ ਬਾਹਰ ਆ ਕੇ ਲੁਕ ਗਈ, ਪਰ ਉਸ ਦਾ ਮਾਲਕ ਉਸ ਨੂੰ ਬੁਰੀ ਤਰ੍ਹਾਂ ਨਾਲ ਝਿੜਕ ਰਿਹਾ ਸੀ ਕਿ ਉਹ ਉਸ ਨੂੰ ਕੰਮ ਤੋਂ ਨਾ ਕੱਢੇ, ਭਾਵੇਂ ਉਹ ਪੈਸੇ ਘੱਟ ਕਰ ਦੇਵੇ। ਮੈਂ ਚੁੱਪਚਾਪ ਰੋਂਦੀ ਹੋਈ ਮੋਹਿਤ ਨੂੰ ਦੇਖ ਰਹੀ ਸੀ ਜੋ ਪੈਸੇ ਦੀ ਖਾਤਰ ਕਿੰਨੀ ਬੇਇੱਜ਼ਤੀ ਬਰਦਾਸ਼ਤ ਕਰ ਰਿਹਾ ਸੀ। ਜਦੋਂ ਉਸ ਦੇ ਬੌਸ ਨੇ ਉਸ ਨੂੰ ਝਿੜਕਿਆ ਅਤੇ ਨੌਕਰੀ ਤੋਂ ਕੱਢ ਦਿੱਤਾ ਤਾਂ ਉਹ ਕਮਰੇ ਵੱਲ ਵਧਣ ਲੱਗਾ। ਫਿਰ ਮੈਂ ਸਾਹਮਣੇ ਆ ਗਈ। ਜਦੋਂ ਮੈਂ ਮੋਹਿਤ ਨੂੰ ਬੁਲਾਇਆ ਤਾਂ ਉਹ ਇੱਕ ਪਲ ਵਿੱਚ ਹੀ ਮੁੜਿਆ ਅਤੇ ਮੈਂ ਤੁਰੰਤ ਉਸ ਨੂੰ ਪੁੱਛਿਆ, ਤੁਸੀਂ ਅਜਿਹਾ ਕਿਉਂ ਕੀਤਾ? ਤੁਸੀਂ ਇੱਥੇ ਕਿਉਂ ਆਏ ਹੋ? ਤੁਸੀਂ ਪੈਸੇ ਲਈ ਕੀ ਕਰ ਰਹੇ ਹੋ? ਜਦੋਂ ਮੈਂ ਰੋਂਦੇ ਰੋਂਦੇ ਪੁੱਛਿਆ ਤਾਂ ਉਹ ਸਿਰ ਝੁਕਾ ਕੇ ਬਿਨਾਂ ਕੋਈ ਜਵਾਬ ਦਿੱਤੇ ਕਮਰੇ ਵਿੱਚ ਚਲਾ ਗਿਆ ਅਤੇ ਕੁਝ ਦੇਰ ਬਾਅਦ
ਬਾਅਦ ਪਹਿਲਾਂ ਵਾਲੇ ਹੁਲੀਏ ਵਿੱਚ ਵਾਪਸ ਆ ਗਿਆ। ਮੇਰਾ ਹੱਥ ਫੜ ਕੇ ਉਹ ਮੈਨੂੰ ਮੋਟਰਸਾਈਕਲ ਤੇ ਘਰ ਲੈ ਆਇਆ ਅਤੇ ਕਿਹਾ ਕਿ ਮੈਂ ਬੇਵੱਸ ਹੋ ਗਿਆ ਸੀ। ਫਿਰ ਮੋਹਿਤ ਮੈਨੂੰ ਕਮਰੇ ਵਿੱਚ ਲੈ ਆਇਆ, ਡ੍ਰਿਪ ਮੇਰੇ ਹੱਥ ਵਿੱਚ ਵਾਪਸ ਲਾ ਦਿੱਤੀ ਅਤੇ ਮੈਨੂੰ ਲਿਟਾ ਦਿੱਤੀ। ਮੈਂ ਕਿਹਾ, ਇਹ ਕਿਹੜੀ ਮਜਬੂਰੀ ਤੇ ਇਹ ਸਭ ਕੀ ਹੈ? ਮੈਂ ਹੈਰਾਨੀ ਨਾਲ ਡ੍ਰਿਪ ਵੱਲ ਇਸ਼ਾਰਾ ਕਰਦਿਆਂ ਪੁੱਛਿਆ। ਮੈਨੂੰ ਘਰ ਤੋਂ ਭੱਜਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਲੈਣਾ ਚਾਹੀਦਾ ਸੀ ਕਿ ਮੈਂ ਤੁਹਾਨੂੰ ਚੰਗੀ ਜ਼ਿੰਦਗੀ ਦੇ ਸਕਾਂਗਾ ਜਾਂ ਨਹੀਂ, ਪਰ ਮੈਂ ਇਹ ਨਹੀਂ ਸੋਚਿਆ ਅਤੇ ਅਸਫਲ ਰਿਹਾ। ਕਈ ਦੋਸਤ ਬਣੇ, ਉਹਨਾਂ ਦੀਆਂ ਮਿੰਨਤਾਂ ਕੀਤੀਆਂ ਤਾਂ ਜੋ ਉਹਨਾਂ ਦੀ ਸਿਫਾਰਿਸ਼ ਰਾਹੀਂ ਕਿਤੇ ਚੰਗੀ ਨੌਕਰੀ ਮਿਲ ਸਕੇ, ਪਰ ਉਹ ਇਸ ਵਿੱਚ ਅਸਫਲ ਰਿਹਾ ਅਤੇ ਫਿਰ ਇੱਕ ਮਜ਼ਦੂਰ ਵਜੋਂ ਕੰਮ ਕੀਤਾ, ਪਰ ਪੈਸਾ ਘੱਟ ਸੀ ਤੇ ਸਭ ਤੋਂ ਵੱਧ ਤੇਰੀ ਬਿਮਾਰੀ ਕਾਰਨ। ਮੋਹਿਤ ਨੇ ਗੱਲਬਾਤ ਅਧੂਰੀ ਛੱਡ ਦਿੱਤੀ ਜਦੋਂ ਕਿ ਮੈਂ ਬਿਮਾਰੀ ਬਾਰੇ ਸੁਣ ਕੇ ਹੈਰਾਨ ਹੋ ਗਈ। ਮੈਂ ਹੈਰਾਨੀ ਨਾਲ ਪੁੱਛਿਆ ਕਿ ਇਹ ਕਿਹੜੀ ਬਿਮਾਰੀ ਹੈ, ਤਾਂ ਉਸਨੇ ਦੱਸਿਆ ਕਿ ਤੁਹਾਨੂੰ ਬਲੱਡ ਕੈਂਸਰ ਹੈ ਅਤੇ ਮੈਨੂੰ ਇਸ ਬਾਰੇ ਉਸ ਦਿਨ ਪਤਾ ਲੱਗਾ ਜਦੋਂ ਅਸੀਂ ਗਾਇਨਕੋਲੋਜਿਸਟ ਕੋਲ ਚੈੱਕਅਪ ਲਈ ਗਏ ਸੀ। ਜਦੋਂ ਤੁਹਾਡੇ ਖੂਨ ਦੀ ਜਾਂਚ ਕੀਤੀ ਗਈ ਤਾਂ ਇਸ ਬਿਮਾਰੀ ਦਾ ਖੁਲਾਸਾ ਹੋਇਆ। ਇਸ ਕਾਰਨ ਤੁਹਾਡੀ ਸਿਹਤ ਵਿਗੜ ਰਹੀ ਸੀ। ਫਿਲਹਾਲ ਇਹ ਬਿਮਾਰੀ ਜ਼ਿਆਦਾ ਫੈਲੀ ਨਹੀਂ ਸੀ, ਇਸ ਦੀ ਪਹਿਲੀ ਸਟੇਜ ਹੀ ਸੀ। ਮੈਨੂੰ ਪਤਾ ਸੀ ਕਿ ਜੇ ਤੁਹਾਨੂੰ ਪਤਾ ਲੱਗਾ ਤਾਂ ਤੁਹਾਨੂੰ ਬਹੁਤ ਦੁੱਖ ਹੋਵੇਗਾ, ਇਸੇ ਲਈ ਉਹ ਤੁਹਾਡਾ ਲੁਕ ਛਿਪ ਕੇ ਇਲਾਜ ਕਰਵਾਉਣ ਲੱਗਾ। ਤੁਹਾਡੇ ਭੋਜਨ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੰਦਾ ਅਤੇ ਤੁਸੀਂ ਬੇਹੋਸ਼ ਹੋ ਜਾਂਦੇ। ਡਾਕਟਰ ਨੇ 4 ਵਾਰ ਤੁਹਾਡਾ ਖੂਨ ਸਾਫ਼ ਕੀਤਾ। ਉਹ ਸਾਰਾ ਸਮਾਨ ਮੈਂ ਹਸਪਤਾਲ ਤੋਂ ਘਰ ਲਿਆਇਆ ਸੀ। ਫਿਰ ਤੁਹਾਡੀ ਸਿਹਤ ਖਰਾਬ ਹੋਣ ਲੱਗੀ। ਇਹ ਇਲਾਜ 6 ਮਹੀਨੇ ਤੱਕ ਚੱਲੇਗਾ। ਦਿਨੇ ਘਰੇਲੂ ਕੰਮ ਤੋਂ ਵਿਹਲਾ ਹੋਣ ਕਰਕੇ ਮੈਂ ਦਿਨੇ ਮਜ਼ਦੂਰੀ ਕਰਕੇ ਅਤੇ ਰਾਤ ਨੂੰ ਸਰਕਸ ਵਿੱਚ ਕੰਮ ਕਰਕੇ ਤੇਰੇ ਇਲਾਜ ਲਈ ਪੈਸੇ ਕਮਾ ਰਿਹਾ ਸੀ, ਪਰ ਤੁਹਾਨੂੰ ਸਭ ਕੁਝ ਪਤਾ ਲੱਗ ਗਿਆ। ਜਦੋਂ ਉਹ ਚੁੱਪ ਹੋ ਗਿਆ ਤਾਂ ਮੈਂ ਉਸ ਨੂੰ ਜੱਫੀ ਪਾ ਲਈ। ਮੈਂ ਆਪਣੇ ਪਿਆਰੇ ਪਤੀ ਬਾਰੇ ਕਿੰਨਾ ਗੰਦਾ ਸੋਚ ਰਹੀ ਸੀ। ਮੈਂ ਉਸ ਤੋਂ ਮਾਫੀ ਮੰਗੀ। ਮੈਨੂੰ ਆਪਣੀ ਬਿਮਾਰੀ ਨਾਲੋਂ ਜ਼ਿਆਦਾ ਉਸ ਦੀ ਹਾਲਤ ਤੇ ਦੁੱਖ ਹੋ ਰਿਹਾ ਸੀ। ਮੈਂ ਉਹ ਰਾਤ ਰੋਂਦਿਆਂ ਅਤੇ ਉਦਾਸ ਮਹਿਸੂਸ ਕਰਦਿਆਂ ਬਿਤਾਈ। ਅਗਲੇ ਦਿਨ ਮੋਹਿਤ ਮੈਨੂੰ ਬਿਨਾਂ ਦੱਸੇ ਵਾਪਸ ਲੈ ਆਇਆ ਅਤੇ ਮੈਨੂੰ ਆਪਣੇ ਘਰ ਛੱਡ ਦਿੱਤਾ, ਜਿਸ ਤੇ ਮੈਂ ਸਹਿਮਤ ਨਹੀਂ ਸੀ, ਪਰ ਉਸ ਨੇ ਕਿਹਾ ਕਿ ਜੇਕਰ ਮੈਂ ਉਸ ਕੋਲ ਰਹੀ ਤਾਂ ਮੇਰੀ ਮੌਤ ਹੋ ਜਾਵੇਗੀ ਕਿਉਂਕਿ ਉਹ ਮੇਰਾ ਇਲਾਜ ਕਰਵਾਉਣ 'ਚ ਅਸਫਲ ਹੋ ਗਿਆ ਸੀ। ਮੇਰੇ ਪਿਤਾ ਜੀ ਅਤੇ ਭਰਾ ਮੈਨੂੰ ਦੇਖ ਕੇ ਬਹੁਤ ਗੁੱਸੇ ਹੋਏ, ਪਰ ਜਦੋਂ ਉਹਨਾਂ ਨੂੰ ਮੇਰੀ ਬਿਮਾਰੀ ਬਾਰੇ ਪਤਾ ਲੱਗਾ ਤਾਂ ਉਹ ਨਰਮ ਪੈ ਗਏ ਅਤੇ ਮੇਰਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ। ਮੈਂ 6 ਮਹੀਨੇ ਆਪਣੇ ਪੇਕੇ ਘਰ ਬਿਤਾਏ ਅਤੇ ਫਿਰ 7ਵੇਂ ਮਹੀਨੇ ਘਰ ਵਾਲਿਆਂ ਦੀ ਸਹਿਮਤੀ ਨਾਲ ਮੋਹਿਤ ਕੋਲ ਆ ਗਈ। ਮੈਨੂੰ ਮੋਹਿਤ ਤੋਂ ਵਧੀਆ ਜੀਵਨ ਸਾਥੀ ਨਹੀਂ ਮਿਲ ਸਕਦਾ ਸੀ। ਮੋਹਿਤ ਦੇ ਪਰਿਵਾਰ ਨੇ ਵੀ ਮੈਨੂੰ ਸਵੀਕਾਰ ਕਰ ਲਿਆ। ਇਸ ਤੋਂ ਇਲਾਵਾ ਉਹਨਾਂ ਕੋਲ ਕੋਈ ਹੋਰ ਰਸਤਾ ਨਹੀਂ ਸੀ ਕਿਉਂਕਿ ਮੋਹਿਤ ਅਤੇ ਮੈਂ ਵਿਆਹੇ ਹੋਏ ਸੀ। ਮੇਰੇ ਪਿਤਾ ਜੀ ਨੇ ਮੋਹਿਤ ਨੂੰ ਆਪਣੀ ਕੰਪਨੀ ਵਿੱਚ ਨੌਕਰੀ ਤੇ ਰੱਖ ਲਿਆ, ਜਿਸ ਕਰਕੇ ਸਾਡੀ ਜ਼ਿੰਦਗੀ ਸਕੂਨ ਨਾਲ ਚੱਲਣ ਲੱਗੀ। ਕਈ ਵਾਰ ਮਾਂ-ਬਾਪ ਦੇ ਫੈਸਲੇ ਬੱਚੇ ਦੀ ਬਿਹਤਰੀ ਲਈ ਹੁੰਦੇ ਹਨ, ਪਰ ਜਵਾਨੀ ਦੇ ਜੋਸ਼ 'ਚ ਬੱਚਾ ਆਪਣੇ ਆਪ ਨੂੰ ਸਹੀ ਤੇ ਆਪਣੇ ਮਾਤਾ-ਪਿਤਾ ਨੂੰ ਗਲਤ ਸਮਝਦਾ ਹੈ, ਜਿਵੇਂ ਮੈਂ ਕੀਤਾ। ਪਰ ਰੱਬ ਦਾ ਸ਼ੁਕਰ ਹੈ ਕਿ ਰੱਬ ਨੇ ਮੈਨੂੰ ਮੋਹਿਤ ਵਰਗਾ ਇਨਸਾਨ ਦਿੱਤਾ, ਜਿਸ ਨਾਲ ਮੈਂ ਅੱਜ ਇੱਕ ਸ਼ਾਨਦਾਰ ਜੀਵਨ ਜੀ ਰਹੀ ਹਾਂ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ, ਕਿਰਪਾ ਕਰਕੇ ਨੋਟੀਫਿਕੇਸ਼ਨ ਬਟਨ ਨੂੰ ਜ਼ਰੂਰ ਦਬਾਇਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।